सुन शब्द तुम्हारा मेरा मन पीना। वाहिगुरु जी का खालसा वाहिगुरु जी की फतेह। ਹੁਣ ਆਪਾਂ ਸ੍ਰੀ ਜਪਜੀ ਸਾਹਿਬ ਦੀ ਦੂਜੀ ਪੌੜੀ, the second ਪੌੜੀ of ਜਪਜੀ ਸਾਹਿਬ, we're going to contemplate, read and study, ਵਿਚਾਰ ਕਰਨੀ ਹੈ। ਪਹਿਲਾਂ ਗਿਆਨੀ ਹਰਵੰਸ ਸਿੰਘ ਜੀ ਦਰਸ਼ਨ ਨੇ ਸਟੀਕ ਦੀ ਪੋਥੀ ਤੋਂ, ਫਿਰ ਗੁਰਬਾਣੀ ਐਕਸਪਲੋਰਰ ਦੇ ਆਪ ਤੋਂ ਬਾਕੀ ਵਿਦਵਾਨਾਂ ਦੀ ਜਿਹੜੀ ਰਾਏ ਲਿਖੀ ਹੋਈ ਉਹ ਵਿਚਾਰਨੀ ਹੈ। ਸਤਿਗੁਰੂ ਮਿਹਰ ਕਰੇ, ਸਾਡੇ ਬਖਸ਼ਿਸ਼ ਕਰਨ, ਸਾਨੂੰ ਗੁਰਬਾਣੀ ਦੀ ਸੋਝੀ ਬਖਸ਼ਿਸ਼ ਕਰਨ, ਗੁਰਬਾਣੀ ਸਾਡਾ ਪ੍ਰੇਮ ਵਧੇ ਤੇ ਭਾਵਨਾ ਸਹਿਤ ਅਸੀਂ ਪਾਠ ਕਰੀਏ। ਆਓ ਦੂਜੀ ਪੌੜੀ ਸਬਜੀ ਦਾ ਪਾਠ ਕਰੀਏ। ਹੁਕਮੀ ਹੋਵਨ ਆਕਾਰ, ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਹੀ ਹੈ, ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਹੀ ਹੈ, ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉ ਮੈਂ ਕਹੇ ਨਾ ਕੋਏ। ਉਚਾਰਨ ਸਿੱਧ ਗਿਆਨੀ ਹਰਵੰਸ ਸਿੰਘ ਜੀ। ਫੁੱਟਕਲ, ਕਿਹਾ ਦਾ ਉਚਾਰਨ ਕਿਹਾ ਕਰਨਾ ਅਸ਼ੁੱਧ ਹੈ। ਕਿਹਾ ਨਹੀਂ ਕਰਨਾ, ਐੜੇ ਨੂੰ ਕਰਨਾ ਉਚਾਰਨ ਕਰਨਾ, ਜਿਵੇਂ ਕਿ ਮਰਦਾਨ ਵਾਸੀ ਕਰਦੇ ਹਨ। ਜੀ ਸ਼ਬਦ ਦਾ ਉਚਾਰਨ ਜੀਆ ਨਹੀਂ ਕਰਨਾ ਚਾਹੀਦਾ। ਜੀ ਦੇ ਅੱਗੇ ਐੜਾ ਕੇਵਲ ਉਚਾਰ ਲੰਬਾ ਕਰਨ ਦਾ ਸੂਚਕ ਹੁੰਦਾ ਹੈ। ਇਟਸ ਜਸਟ ਟੂ ਐਕਸਟੈਂਡ ਦੀ ਉਚਾਰਨ, ਨਾਟ ਟੂ ਪੁੱਟ ਅ ਕਰਨਾ ਔਨ। ਗਿਆਨੀ ਜੀ ਸੇਇੰਗ ਬਿੰਦੀ ਸਹਿਤ ਪਾਈ ਹੈ, ਭਵਾਹੀ ਹੈ, ਸ਼ਬਦਾਂ ਦਾ ਉਚਾਰਨ ਹਾਹੇ ਨੂੰ ਸਿਆਰੀ ਦੇ ਬਿੰਦੀ ਲਾ ਕੇ ਸਹਿਤ ਕਰਨਾ ਚਾਹੀਦਾ ਹੈ, ਕਿਉਂਕਿ ਇਹ ਬਹੁ ਬਚਨ ਦੇ ਲਖਾਇਕ ਹਨ। And that's a note from Gyani that those that are plural words that are plural meanings rather than singular meaning, they usually have a bindi at the end. Now word meanings: hukmi, hukm naal, with his will, with his order. Akar, vajood, sarir, bodies, forms. Jeev, bahubachan, soul or souls. Vidiyai, sobha, praise. Hukm, likhe hoye hukm ansar. In as it is written, according to as it is written by Vaheguru. Ek, kai, more than one. Vahi hai, ਫਰਾਏ ਜਾਂਦੇ ਹਨ। They continuously put in this cycle. ਹੁਕਮੇ, ਹੁਕਮ ਨੂੰ, order ਵਿੱਚ, ਬੁੱਝੇ, ਸਮਝ ਲਏ, understands, ਹਉ ਮੈਂ ਅਹੰਕਾਰ ਵਾਲਾ ਬੋਲ, ego, to be egoistic, ਕੋਈ, some. Now line meanings: ਹੁਕਮੀ ਹੋਵਨ ਆਕਾਰ, ਹੁਕਮ ਨ ਕਿਹਾ ਜਾਈ, ਰੱਬੀ ਹੁਕਮ ਨਾਲ ਹੀ ਦਿਸਦੇ ਸਾਰੇ ਵਜੂਦ ਭਾਵ ਸਰੂਪ ਹੋਂਦ ਵਿੱਚ ਆਉਂਦੇ ਹਨ। It is according to Vaheguru's hukum order that everything is created. All forms, they come into being with his order, with his hukum. ਪਰ ਉਸ ਰੱਬੀ ਹੁਕਮ ਨਾ ਕਿਹਾ ਜਾਏ, ਪਰ ਉਸ ਰੱਬੀ ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। You cannot narrate that order of Vaheguru. You cannot describe it or say it. ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ, ਰੱਬੀ ਹੁਕਮ ਦੁਆਰਾ ਹੀ ਜੀਵ ਪੈਦਾ ਹੁੰਦੇ ਹਨ ਅਤੇ ਲਿਖੇ ਹੁਕਮ ਅਨੁਸਾਰੀ ਜੀਵਾਂ ਨੂੰ ਸੰਸਾਰ ਵਿੱਚ ਸ਼ੋਭਾ ਮਿਲਦੀ ਹੈ। With his ਹੁਕਮ, order, will, humans come into beings, they are born, and in his will, in his order, they get praise in this world. ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ, ਰੱਬੀ ਹੁਕਮ ਅਨੁਸਾਰ ਹੀ ਕੋਈ ਮਨੁੱਖ ਚੰਗਾ ਤੇ ਕੋਈ ਮੰਦਾ ਹੈ। It is in his will that some people are good and some are bad. ਹੁਕਮ ਲਿਖ ਦੁੱਖ ਸੁਖ ਪਾਹੀ ਹੈ, ਅਤੇ ਲਿਖੇ ਹੋਏ ਹੁਕਮ ਅਨਸਾਰੀ ਦੁੱਖ ਤੇ ਸੁਖ ਪਾਏ ਭੋਗੇ ਜਾਂਦੇ ਹਨ। And even to have suffering and happiness is within his will as well.
some are happy and peaceful, others are suffering and in pain. ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਹੀ ਹੈ। ਕਈ ਜੀਆਂ ਨੂੰ ਹੁਕਮ ਅਨੁਸਾਰ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। Some within his will get blessings. ਇੱਕ ਹੁਕਮੀ ਸਦਾ ਪਵਾਹੀ ਹੈ ਅਤੇ ਕਈ ਜੀਵ ਹੁਕਮ ਅਨੁਸਾਰ ਸਦਾ ਆਵਾਗਾਉਣ ਚੱਕਰ ਵਿੱਚ ਫਰਾਏ ਜਾਂਦੇ ਹਨ। And others are continuously going around in the cycle of births and deaths and transmigration. ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਵਜੂਦ ਵਿੱਚ ਆਇਆ ਹਰੇਕ ਜੀਵ ਉਸ ਅਕਾਲ ਪੁਰਖ ਦੇ ਜਿਹਦੇ ਹੁਕਮ ਵਿੱਚ ਹੈ। Anything that is created, all souls are within his will, his order. ਉਸ ਹੁਕਮ ਤੋਂ ਬਾਹਰ ਕੋਈ ਨਹੀਂ। There's no one outside his will. Even though we might think we are, we're not. ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁੱਝੇ ਤਾਂ ਹਉਮੈ ਕਹੇ ਨਾ ਕੋਏ। ਨਾਨਕ ਗੁਰੂ ਜੀ ਫਰਮਾਉਂਦੇ ਹਨ, ਜੇਕਰ ਜੀਵ ਰੱਬੀ ਹੁਕਮ ਨੂੰ ਸਮਝ ਲਾਏ ਤਾਂ ਉਹ ਜੀਵ ਹੰਕਾਰ ਵਾਲਾ ਕੋਈ ਬੋਲ ਨਹੀਂ ਬੋਲਦਾ। The sign of a person who has understood Vaheguru's hukum or his order or his will is that he will not speak egoistic language. He will be sweet talking and he will be humble and sweet talking. He will be in total humility. That's the sign. Nanak hukume je bujje ta haum main kahe na koi. He will not speak of in pride or in ego. So that was the line meanings from Gyani Ji. Now is conclusion or summary on this body. Japji Sahib ਵਿੱਚ ਪਹਿਲੀ ਗੱਲ ਲਿਖਿਆ ਹੋਇਆ ਹੈ ਹੁਕਮ ਹਰੇਕ ਜੀਵ ਦੇ ਨਾਲ ਹੈ। That he's saying that the first thing in Japji Sahib is written that Vaheguru's hukum or his order is written with it is part and parcel of every person. It's written in there. ਪਰ ਇਸ ਗੱਲ ਦਾ ਗਿਆਨ ਤੇ ਪਛਾਣ ਕਿਵੇਂ ਹੋਵੇ? How can we understand this hukum? ਦੂਜੀ ਗੱਲ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਹੁਕਮ ਨਾ ਕਿਹਾ ਜਾਏ। And Guru ji also said that we really can't describe his hukum. ਉਹ ਕਿਹੜਾ ਹੁਕਮ ਹੈ ਜਿਹੜਾ ਆਖਿਆ ਨਹੀਂ ਜਾ ਸਕਦਾ? What is that order, will that we cannot say? ਹੁਕਮ ਸ਼ਬਦ ਦੀ ਵਿਆਖਿਆ ਕਰਨ ਵੇਲੇ ਕਥਾਵਾਚਕ ਕੇਵਲ ਅੱਖਰੀ ਅਰਥ ਕਰਦੇ ਹਨ, ਜਿਸ ਕਰਕੇ ਸਰੋਤਿਆਂ ਦੇ ਦਿਲਾਂ ਵਿੱਚ ਹੁਕਮ ਦਾ ਸਰੂਪ ਸਮਝਣ ਬਾਰੇ ਜੋ ਖੁਦਕੁਤੀ ਲੱਗੀ ਹੋ ਰਹਿੰਦੀ ਹੈ ਉਹ ਦੂਰ ਨਹੀਂ ਹੁੰਦੀ। Gyani is saying that when kathakars, those that try to make the Sangh understand what Gurbani is saying, when they talk about it, when they talk about hukum, they don't actually really make the Sangh understand what hukum is. They struggle to fully describe hukum. So Gyani ji is going to have a go. Hukum na kiha jai. ਮਨੁੱਖ ਦਾ ਸੰਸਾਰ ਵਿੱਚ ਜਨਮ ਲੈਣਾ, ਬਾਲਗ ਤੋਂ ਵੱਡਾ ਹੋਣਾ, ਪਰਿਵਾਰ ਵਾਲਾ ਬਣਨਾ, ਸੰਸਾਰਕ ਕਾਰ ਵਿਹਾਰ ਕਰਨਾ ਅਤੇ ਇਸ ਸੰਸਾਰ ਤੋਂ ਚਾਲੇ ਪਾ ਜਾਣਾ, ਇਹ ਸਭ ਉਸ ਦਾ ਹੁਕਮ ਹੈ। He's saying that a person takes a birth, he becomes a child, he becomes older, he has a family, he does all the worldly things, and then he leaves this world. That is all in Vaheguru's hukum, in his will, in his order. And he's quoting Gurbani here, Hukme jug mein aaya, chalan hukum sanjog jiyo, Hukme prapanch pasariya, hukum kare ras bhog jiyo. Aida hukum na jai metiya, jo likhya so naal. Please do read the meanings of these on Gurbani Explorer or any other Gurbani app. ਹੁਕਮ ਇਤਨਾ ਸ਼ਕਤੀਸ਼ਾਲੀ ਹੈ ਜਿਸ ਦੇ ਬਲ ਨਾਲ ਜੀਵ ਤੁਰਦਾ ਫਿਰਦਾ, ਹੱਸਦਾ ਖੇਡਦਾ, ਖਾਂਦਾ ਪੀਂਦਾ ਹੈ ਅਤੇ ਇਹ ਹੁਕਮ ਹਰ ਸਮੇਂ ਜੀਵ ਦੇ ਨਾਲ ਹੀ ਰਹਿੰਦਾ ਹੈ। Gyani ji is saying that Vaheguru's hukum or order is that powerful that is in that hukum's power that we walk about, laugh and play, or eat and drink. And that hukum's power is with us all the time. ਇਸ ਹੁਕਮ ਤੋਂ ਬਿਨਾਂ ਜੀਵ ਆਪਣੇ ਆਪ ਕੁਝ ਵੀ ਨਹੀਂ ਕਰ ਸਕਦਾ। Without Vaheguru's power of hukum, his order's power, we cannot do anything. ਇਸ ਹੁਕਮ ਦੀ ਸੋਝ ਉਦੋਂ ਹੁੰਦੀ ਹੈ ਜਦੋਂ ਸੱਚ ਹਿਰਦੇ ਵਿੱਚ ਵਸੇ ਤੇ ਜੀਵ ਸਚਿਆਰ ਬਣ ਜਾਏ। We only understand this hukum
Vaheguru's hukum, when the truth of Vaheguru resides inside our heart or mind, and we become Satyar. And remember, in the first part, he said, Malkuli Nam Otarian Jap Nam Hua Satyar. When we truly devote ourselves to Vaheguru's Nam Simran, night and day, with total love and concentration, and our character becomes Satyar, truthful, then we will realize, understand Vaheguru's hukum. Prabhu usnu apni bhakti vich lagaunde han. When you become Satyar, then you're totally engrossed in bhakti. ਫਿਰ ਹੁਕਮ ਦੇ ਗੁੱਝੇ ਭੇਦ ਨੂੰ ਬੁੱਝਣ ਦੀ ਜਾਂਚ ਆ ਜਾਂਦੀ ਹੈ. Thus, when you start discovering the secrets of Vaheguru's hukum. But then you cannot describe it. You will just enjoy it. ਹੁਕਮ ਉਛਲੇ, ਹੁਕਮੇ ਰਹੇ, ਹੁਕਮੇ ਦੁੱਖ ਸੁਖ ਸਮ ਕਰ ਸਹੇ, ਹੁਕਮੇ ਨਾਮ ਜਪੇ ਦਿਨ ਰਾਤ, ਨਾਨਕ ਜਿਸ ਨੂੰ ਹੋਵੇ ਦਾਤ. ਹੁਕਮ ਮਰੇ, ਹੁਕਮੇ ਹੀ ਜੀਵੇ, ਹੁਕਮੇ ਨਾਨਾ ਵੱਡਾ ਥੀਵੇ, ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੇ ਨਰੋ ਧਾਰ ਗੁਰਮੰਤ. ਹੁਕਮੇ ਆਵਨ ਜਾਨ ਰਹਾਏ, ਨਾਨਕ ਜਾ ਕੋ ਭਗਤੀ ਲਾਏ. ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਤ ਜਾਤਾ. Please do read the meanings of these Gurbani beautiful lines in one of the apps. ਹੁਕਮ ਨ ਕਿਹਾ ਜਾਏ, ਦਾ ਇਹ ਭਾਵ ਨਹੀਂ ਕਿ ਵਾਹਿਗੁਰੂ ਜੀ ਦੇ ਹੁਕਮ ਨੂੰ ਆਖਿਆ ਨਹੀਂ ਜਾ ਸਕਦਾ. Gyani ji is saying that this line of Guru Ji's, hukum na keha jai, does not mean that we cannot say the hukum of Vaheguru. Because obviously we can. But is the antari bhav hai, the sort of inner meaning, the deeper meaning of hukum really means, ਇਹ ਹੈ ਕਿ ਵਾਹਿਗੁਰੂ ਦੇ ਹੁਕਮ ਦਾ ਕੋਈ ਜੀਵ ਅੰਤ ਨਹੀਂ ਪਾ ਸਕਦਾ. It actually means that we cannot reach the end of we cannot fully describe his hukum. We cannot fully understand it. We don't know how large that hukum is, how vast the hukum is. We cannot know the start and finish of that hukum, because it's beyond us, beyond our understanding. इस हुक्म दे दर्शन सारी सृष्टि ਨੂੰ ਸਭ में जोत है सोए विचों हो रहे ਹਨ. It's when you see Vaheguru Jyot in everything, then you are seeing his hukum. ਜੀਵਾਂ ਦੀ ਉਤਪਤੀ, ਉਹਨਾਂ ਦੁਨੀਆ ਵਿੱਚ ਯੋਗ ਸਥਾਨ ਤੇ ਸਨਮਾਨ ਮਿਲਣਾ, the creation of people and them getting praiseworthy places in life, and getting praise, ਚੰਗੇ ਮੰਦ ਜੀਵਾਂ ਦਾ ਦੁੱਖ ਸੁੱਖ ਭੋਗਣਾ, good and bad people getting pain or pleasure, ਇਹ ਸਭ ਉਸ ਹੁਕਮ ਦੀ ਅਚਰਜ ਖੇਡ ਹੈ. That is all part of the hukum's play. ਦੁਨਿਆਵੀ ਰਾਜ ਸਰਕਾਰਾਂ ਵਿੱਚ ਭਾਂਤ-ਭਾਂਤ ਦੇ ਹੁਕਮ ਚੱਲਦੇ ਹਨ. In worldly courts or governments, they have very varying types of orders that they write out or give out. ਉਹਨਾਂ ਦੇ ਭਾਣੇ ਵਿੱਚ ਕਈ ਖਾਸ ਹੁਕਮ ਹੁੰਦੇ ਹਨ. Even in their sort of control, they have some special orders. ਅਤੇ ਕਈ ਸਾਂਝੇ ਹੁਕਮ ਹੁੰਦੇ ਹਨ, and some are general hukums. ਪਰ ਉਹ ਵਿਤਕਰੇ ਤੋਂ ਸਕਣੇ ਨਹੀਂ ਹੁੰਦੇ ਜਦੋਂ ਕਿ ਸੱਚੀ, but they are never without sort of being biased. ਜਦੋਂ ਕਿ ਸੱਚੀ ਸਰਕਾਰ ਦਾ ਹੁਕਮ ਸਭ ਜੀਆਂ ਲਈ ਸਾਂਝਾ ਹੁੰਦਾ ਹੈ, whereas Vaheguru's hukum is for all. ਜਿਸ ਦੀ ਸੋਝੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਅੰਮ੍ਰਿਤ ਬਚਨਾਂ ਦੁਆਰਾ ਇਉਂ ਕਰਾਉਂਦੇ ਹਨ, which Guru just try to let us understand, and that is एको नाम हुक्म है, नानक सतगुर दिया बुझाए जियो. सही अर्थां विच एक नाम ही हुक्म है. If you wanted to know in really what hukum is, then Guruji is saying एको नाम हुक्म है, नाम ही हुक्म है. ये नाम की सोझी आ जावे तो हुक्म की सूझबूझ भी सुते आ जाती है. If you understand नाम, then you will surely understand hukum. ਦੁਨੀਆ ਦੇ ਸਭ ਕਰਮ ਧਰਮ ਅਤੇ ਰਾਜ ਪ੍ਰਬੰਧ ਨਾਮ ਹੁਕਮ ਦੇ ਅਧੀਨ ਚੱਲ ਰਹੇ ਹਨ. Everything is under ਨਾਮ ਹੁਕਮ, is in the word. ਪਰ ਇਹਨਾਂ ਦਾ ਦਰਸ਼ਨ ਬਿਸਮਾਦ ਰੂਪ ਹੈ. But the vision is really extraordinary.
ਸਭੇ ਸੁਰਤੀ ਜੋਗ ਸਭ, ਸਭੇ ਵੇਦ ਪੁਰਾਨ, ਸਭੇ ਕਰਨੇ ਤਪ ਸਭ, ਸਭੇ ਗੀਤ ਗਿਆਨ, ਸਭੇ ਬੁੱਧੀ ਸੁਧ ਸਭ, ਸਭ ਤੀਰਥ ਸਭ ਥਾਨ, ਸਭ ਪਾਤਸ਼ਾਹੀਆਂ ਅਮਰ ਸਭ, ਸਭ ਖੁਸ਼ੀਆਂ ਸਭ ਖਾਨ, ਸਭੇ ਮਾਨਸ ਦੇਵ ਸਭ, ਸਭੇ ਜੋਗ ਧਿਆਨ, ਸਭੇ ਪੁਰੀਆਂ ਖੰਡ ਸਭ, ਸਭੇ ਜੀ ਜਹਾਨ, ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ, ਨਾਨਕ ਸੱਚਾ ਸੱਚ ਨਾਇ, ਸੱਚ ਸਭਾ ਦੀਵਾਨ। ਨਾਮ ਤੇ ਹੁਕਮ ਦੀ ਜਾਣ ਪਛਾਣ ਸੋਝੀ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। The true understanding of Naam and Hukum can only be achieved by the true Guru's grace. That means Sri Guru Nanak Dev Ji Lai, all 10 Gurus and Sri Guru Granth Sahib Bani. Gur Kirpa te Hukum Pashane, Jug hai Jugantar ki Bid Jane, Nanak Naam Taro Tar Tari, Sach Tare Tarn Hara Hai। ਇਸ ਵਿਸਮਾਦੀ ਹੁਕਮ ਦਾ ਰਸ ਹੁਕਮੀ ਬੰਦੇ ਹੀ ਮਾਣਦੇ ਹਨ। The true essence of ਹੁਕਮ, only those truly blessed souls who live in ਵਾਹਿਗੁਰੂ's ਹੁਕਮ, they enjoy the ਰਸ, the taste। ਉਹ ਆਪਣੇ ਮੂੰਹੋਂ ਕਦੇ ਹੀ ਡੀਂਗ ਨਹੀਂ ਮਾਰਦੇ ਕਿ ਹੁਕਮ ਦੱਸ ਸਕਦੇ ਹਨ। They never claim that they can tell ਵਾਹਿਗੁਰੂ's ਹੁਕਮ। ਸਗੋਂ ਅਗੰਮੀ ਹੁਕਮ ਨੂੰ ਜਰ ਕੇ ਗੁਰੂ ਉਪਦੇਸ਼ ਦੀ ਕਮਾਈ ਕਰਦੇ ਹੋਏ ਹਰ ਵੇਲੇ ਹੁਕਮ ਦੇ ਪੈ ਵਿੱਚ ਰਹਿੰਦੇ ਹਨ। Instead they endure the ਹੁਕਮ of ਵਾਹਿਗੁਰੂ and live by the Guru's teachings, and they always live in the fear of ਵਾਹਿਗੁਰੂ's ਹੁਕਮ। ਆਖਦੇ ਹਨ ਹੁਕਮ ਦੀ ਕਾਰਵੋ ਕਰੜੀ ਆ। They will say it is very very difficult, hard to live by ਵਾਹਿਗੁਰੂ's ਹੁਕਮ। ਕਲ ਨਾ ਬਾਹਰ ਨਿਕਲੇ ਹੁਕਮੀ ਬੰਦੇ ਕਾਰ ਕਰਾਰੀ। ਭਾਈ ਸਾਹਿਬ ਭਾਈ ਗੁਰਦਾਸ ਜੀ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੁਕਮ ਬਾਰੇ ਇੱਕ ਸਿਰੇ ਦੀ ਗੱਲ ਕਰ ਦਿੱਤੀ ਹੈ। ਸ਼੍ਰੀ ਗੁਰੂ ਅਰਜਨ ਦੇਵ ਜੀ ਆ ਫਿਫਥ ਗੁਰੂ has said, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਭ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। And in Guruji's eyes, that is a truly blessed soul. He is truly wise. He's truly full of respect, that treats Vaheguru Hukum as sweet. Whatever happens in Vaheguru Hukum, to him, tera kiya meetha lage, like Guru Arjan Dev Ji did in his real life. And that was Gyani Harwant Singh Ji's view on the second pauri. Now we'll go and read the rest of the scholars, Professor Sahib Singh Ji, Shabdarth de scholars, Sardar Manmohan Singh Ji, Punjabi. Hukmi hovan akar, ਹੁਕਮ ਨਾ ਕਿਹਾ ਜਾਈ। ਹੁਕਮ ਦਾ ਵਾਸਾ ਮਨੁੱਖ ਦੇ ਅੰਦਰ ਦੱਸ ਕੇ ਹੁਣ ਹੁਕਮ ਦਾ ਪਸਾਰਾ ਰਚਨਾ ਵਿੱਚ ਦੱਸਦੇ ਹਨ। ਸ੍ਰਿਸ਼ਟੀ ਦੇ ਸਮੁੱਚੇ ਇਤਿਹਾਸ ਉੱਤੇ ਨਜ਼ਰ ਮਾਰ ਕੇ ਦੱਸਦੇ ਹਨ ਕਿ ਸ਼ੁਰੂ ਤੋਂ ਰੱਬ ਦਾ ਹੁਕਮ ਸ੍ਰਿਸ਼ਟੀ ਦੀ ਬਣਤਰ, ਇਹਦੇ ਜੀਵਾਂ ਦੀ ਸਰੀਰਕ ਅਤੇ ਆਤਮ ਉਸਾਰੀ ਅਤੇ ਉਹਨਾਂ ਦੀ ਗਤੀ ਬਣਾਉਣ ਵਿੱਚ ਕੰਮ ਕਰਦਾ ਆਇਆ ਹੈ। Now what the scholars, Shabdar scholars do, they give you a sort of overall summary of the whole pauri sometimes. ਮਨਮੋਹਨ ਸਿੰਘ ਜੀ, ਸਾਈਂ ਦੇ ਅਮਰ ਦੁਆਰਾ ਸਰੀਰ ਬਣਦੇ ਹਨ, ਉਸ ਦਾ ਅਮਰ ਵਰਣਨ ਕੀਤਾ ਨਹੀਂ ਜਾ ਸਕਦਾ। By the Lord's order, bodies are produced and his order cannot be narrated. ਹੁਕਮੀ ਹੋਵਨ ਆਕਾਰ, ਹੁਕਮ ਨਾ ਕਿਹਾ ਜਾਏ। ਹੁਕਮੀ, ਹੁਕਮ ਵਿੱਚ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੁਕਮ ਹੋਵਨ ਹੁੰਦੇ ਹਨ, ਹੋਂਦ ਵਿੱਚ ਆਉਂਦੇ ਹਨ, ਬਣ ਜਾਂਦੇ ਹਨ। ਆਕਾਰ, ਸਰੂਪ, ਸ਼ਕਲਾਂ, ਸਰੀਰ ਨਾ ਕਿਹਾ ਜਾਏ, ਕਿਹਾ ਨਾ ਜਾਏ, ਕਥਨ ਨਹੀਂ ਕੀਤਾ ਜਾ ਸਕਦਾ। I'm not doing the English because they are very similar to Gyani Harwant Singh's word meanings.
ਅਕਾਲ ਪੁਰਖ ਦੇ ਹੁਕਮ ਅਨੁਸਾਰ ਸਾਰੇ ਸਰੀਰ ਬਣਦੇ ਹਨ, ਪਰ ਇਹ ਹੁਕਮ ਦੱਸਿਆ ਨਹੀਂ ਜਾ ਸਕਦਾ ਕਿ ਕਿਹੋ ਜਿਹਾ ਹੈ। By his command, bodies are created. His command cannot be described. ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਬਨਸਪਤੀ ਤੋਂ ਵੱਧ ਕੇ ਵਡਿਆਈ ਜੀਵਾਂ ਨੂੰ ਮਿਲੀ ਹੈ, ਤੇ ਜੀਵਾਂ ਤੋਂ ਵੱਧ ਕੇ ਮਾਨਸ ਕੋ ਪ੍ਰਭ ਦੀ ਵਡਿਆਈ। ਸ਼ਬਦਾਰਥ ਸਕਾਲਰਸ। ਉਸਦੇ ਫਰਮਾਨ ਨਾਲ ਰੂਹਾਂ ਹੋਂਦ ਵਿੱਚ ਆਉਂਦੀਆਂ ਹਨ, ਅਤੇ ਉਸਦੇ ਫਰਮਾਨ ਨਾਲ ਹੀ ਮਾਨ ਪ੍ਰਾਪਤ ਹੁੰਦਾ ਹੈ। With his fiat, the souls come into being. With his fiat, greatness is obtained. ਜੀ ਜੰਤ। ਹੁਕਮ ਅਨੁਸਾਰ ਵਡਿਆਈ, ਆਦਰ, ਸ਼ੋਭਾ। ਰੱਬ ਦੇ ਹੁਕਮ ਅਨੁਸਾਰ ਹੀ ਸਾਰੇ ਜੀਵ ਜੰਮ ਪੈਂਦੇ ਹਨ, ਅਤੇ ਹੁਕਮ ਅਨੁਸਾਰ ਹੀ ਰੱਬ ਦੇ ਦਰ ਤੇ ਸੁਭਾ ਮਿਲਦੀ ਹੈ। By his command, souls come into being. By his command, glory and greatness are obtained. ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਹੀ ਹੈ। ਮਨੁੱਖ, this is again ਸ਼ਬਦਾਰਥ ਸਕਾਲਰਸ, ਮਨੁੱਖ ਵਿੱਚ ਹੁਕਮ ਦੀ ਜੋਤ ਦੇ ਆਸਰੇ ਵਿਚਾਰ ਅਤੇ ਨਿਸ਼ਚੇ ਦੇ ਗੁਣ ਵੱਧਦੇ ਗਏ, ਅਤੇ ਅੰਤ ਨੂੰ ਉਸ ਵਿੱਚ ਉੱਤਮਤਾ ਤੇ ਨੀਚਤਾ ਦੇ ਅਖਲਾਕੀ ਭਾਵ ਪੈਦਾ ਹੋ ਗਏ। ਪਾਪ ਪੁੰਨ ਤੈ ਪਈ ਕਹਾਵਤ। ਮਨੁੱਖ ਆਪਣੇ ਆਪ ਨੂੰ ਇੱਕ ਜ਼ਿੰਮੇਵਾਰ ਹਸਤੀ ਮੰਨਣ ਲੱਗਾ, ਅਤੇ ਸੁੱਖਾਂ ਦੁੱਖਾਂ ਨੂੰ ਆਪਣੇ ਚੰਗੇ ਮੰਦੇ ਕੰਮਾਂ ਦਾ ਫਲ ਕਰਕੇ we can't open the external notes for some reason. You can. ਉਸ ਦੇ ਫਰਮਾਨ ਦੁਆਰਾ ਪ੍ਰਾਣੀ ਚੰਗੇ ਤੇ ਮੰਦੇ ਹੁੰਦੇ ਹਨ, ਅਤੇ ਉਸ ਦੇ ਲਿਖੇ ਫਰਮਾਨ ਦੁਆਰਾ ਹੀ ਉਹ ਗਮੀ ਤੇ ਖੁਸ਼ੀ ਪਾਉਂਦੇ ਹਨ। By his command, the mortals are made high and low, and by his written command they obtain woe and weal. ਸੁਖ ਦੁੱਖ। ਉੱਤਮ ਸ੍ਰੇਸ਼ਟ ਚੰਗਾ ਲਿਖ ਕੇ ਲਿਖੇ ਅਨੁਸਾਰ ਪਾਹੀ ਹੈ, ਪਾਈਦੇ ਹਨ, ਭੋਗੀਦੇ ਹਨ। ਰੱਬ ਦੇ ਹੁਕਮ ਵਿੱਚ ਕੋਈ ਮਨੁੱਖ ਚੰਗਾ ਬਣ ਜਾਂਦਾ ਹੈ, ਕੋਈ ਭੈੜਾ। ਉਸ ਦੇ ਹੁਕਮ ਵਿੱਚ ਹੀ ਆਪਣੇ ਕੀਤੇ ਹੋਏ ਕਰਮਾਂ ਦੇ ਲਿਖੇ ਅਨੁਸਾਰ ਦੁੱਖ ਤੇ ਸੁੱਖ ਭੋਗੀਦੇ ਹਨ। By his command, some are high and some are low. By his command, pain and pleasure are obtained. ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਭਵਾਈ ਹੈ। ਕਈਆਂ ਨੂੰ ਉਸ ਦੀ ਆਗਿਆ ਰਾਹੀਂ ਦਾਤਾਂ ਮਿਲਦੀਆਂ ਹਨ, ਤੇ ਕਈ ਉਸ ਦੀ ਆਗਿਆ ਰਾਹੀਂ ਆਵਾਗਾਉਣ ਅੰਦਰ ਸਦੀਵੀ ਭਵਾਈਦੇ ਹਨ। Some obtain gifts through his order, and some through his order are ever made to wander in transmigration. ਇੱਕ ਨਾ ਕਈ ਮਨੁੱਖਾਂ ਨੂੰ ਬਖਸ਼ੀਸ਼, ਦਾਤ, ਬਖਸ਼ਿਸ਼। ਕਈ ਮਨੁੱਖ ਭਵਾਈਦੇ ਹਨ, ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ। ਹੁਕਮ ਵਿੱਚ ਹੀ ਕਦੀ ਮਨੁੱਖਾਂ ਉੱਤੇ ਅਕਾਲ ਪੁਰਖ ਦੇ ਦਰ ਤੋਂ ਬਖਸ਼ਿਸ਼ ਹੁੰਦੀ ਹੈ, ਅਤੇ ਉਸ ਦੇ ਹੁਕਮ ਵਿੱਚ ਹੀ ਕਈ ਮਨੁੱਖ ਨਿਤ ਜਨਮ ਮਰਨ ਦੇ ਗੇੜ ਵਿੱਚ ਭਵਾਈਦੇ ਹਨ। Some by his command are blessed and forgiven. Others by his command wander aimlessly forever. ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਸਾਰੇ ਉਸ ਦੇ ਅਮਰ ਵਿੱਚ ਹਨ, ਅਤੇ ਉਸ ਦੇ ਅਮਰ ਤੋਂ ਬਾਹਰ ਕੋਈ ਨਹੀਂ। Amar is another word for hukum. All are subject to his fiat, and none is exempt from his fiat, which is his order or command. ਅੰਦਰ ਰੱਬ ਦੇ ਹੁਕਮ ਵਿੱਚ ਹੀ ਸਭ ਕੋ, ਹਰੇਕ ਜੀਵ। ਬਾਹਰ ਹੁਕਮ ਤੋਂ ਬਾਹਰ ਹਰੇਕ ਜੀਵ ਰੱਬ ਦੇ ਹੁਕਮ ਵਿੱਚ ਹੀ ਹੈ। ਕੋਈ ਜੀਵ ਹੁਕਮ ਤੋਂ ਬਾਹਰ ਭਾਵ ਹੁਕਮ ਤੋਂ ਆਕੀ ਨਹੀਂ ਹੋ ਸਕਦਾ। Everyone is subject to his command. No one is beyond his command. ਨਾਨਕ ਹੁਕਮੈ ਜੇ ਬੁੱਝੈ, ਤਾਂ ਹਉ ਮੈਂ ਕਹੇ ਨਾ ਕੋਏ। हे ਨਾਨਕ, ਜੇਕਰ ਇਨਸਾਨ ਪ੍ਰਭੂ ਦੇ ਫਰਮਾਨ ਨੂੰ ਸਮਝ ਲਵੇ, ਤਦ ਕੋਈ ਵੀ ਹੰਕਾਰ ਨਾ ਕਰੇ। O Nanak, if man were to understand Lord's fiat, hukum or command, then no one would take pride, speak in ego. ਹੁਕਮ ਹੈ, ਹੁਕਮ ਨੂੰ ਬੁੱਝੇ ਸਮਝ ਲਏ। ਹਉਮੈ ਕਹੇ ਨਾ ਕੋਈ। ਹਉਮੈ ਦੇ ਬੱਚੇ ਨਹੀਂ ਆਖਦਾ, ਮੈਂ ਨਹੀਂ ਆਖਦਾ, ਸਵਾਰਥੀ ਨਹੀਂ ਬਣਦਾ। हे ਨਾਨਕ, ਜੇ ਕੋਈ ਮਨੁੱਖ ਅਕਾਲ ਪੁਰਖ ਦੇ ਹੁਕਮ ਨੂੰ ਸਮਝ ਲਏ, ਤਾਂ ਫਿਰ ਉਹ ਸਵਾਰਥ ਦੀਆਂ ਗੱਲਾਂ ਨਹੀਂ ਕਰਦਾ, ਫਿਰ ਉਹ ਸਵਾਰਥੀ ਜੀਵਨ ਛੱਡ ਦਿੰਦਾ ਹੈ। It doesn't become selfish. ਪ੍ਰਭੂ ਦੇ ਹੁਕਮ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ,
ਪਰ ਉਹ ਥੋੜ ਬਿੱਤਾ ਵੀ ਨਹੀਂ ਰਹਿੰਦਾ। O Nanak, one who understands his command does not speak in ego. That was the vichar of scholars other than Gyani Nirbans Singh. Now we're going to go to Principal Gurmukh Singh and see what he has written in English. Hukmi hovan akar hukm na keha jai. The entire creation come into being by his command, but his command cannot be deciphered. Hukmi hovan ji hukum le bidiyai. Through his command, the creatures come into being and are glorified. Hukmi uttam neech, hukum lik dukh sukh pahi hai. By his command, the mortals are born, high or low, and by his preordained command will they enjoy pleasure or suffer agony. Ikna hukmi bakshish, ek hukmi sada pavaiye. Some are preordained, ordained with blissfulness, but others are gyrated on the wheel of births and deaths. Hukme andar sab ko bar hukm na koe. All the above goes according to his command. Nothing happens without his will. Nanak hukme je bujje ta hum main kahe na koe. Nanak, he who understands the will of God shall drop his ego. He will not speak in ego. So that was Principal Gurmukh Singh in English. My sincere thanks to all the scholars who have been used in this video. Please take time out to read again and again these extraordinary works of these scholars. They spent a lifetime studying Gurbani. We should take benefit from that. Please forgive my mistakes and do ardas for me that Guruji blesses me with his love. Vaheguru Ji Ka Khalsa, Vaheguru Ji Ki Fateh.